भाटिया साहब नूं मैं बेनती करना चाहुंदा, तुसीं मेरे भरा है, ਜਦੋਂ भी ਅਸੀਂ ਕੋਈ ਗੱਲ ਕਰਨੀ ਲੋਕਾਂ ਨੂੰ ਜਾਤ ਪਾਤ ਚੋਂ ਕੱਢੋ, ਨਾ ਕਿ ਉਹਨਾਂ ਨੂੰ ਜਾਤਾਂ ਪਾਤਾਂ ਦੇ ਨਾਲ ਜੋੜੋ। ਔਰ ਇਹ ਬੰਦਾ ਜਦੋਂ ਇੰਨੀ ਗੱਲ ਕਹਿੰਦਾ ਹੈ ਵੀ ਇਹਨਾਂ ਨੂੰ ਜਨਰਲ ਤੋਂ ਟਿਕਟ ਕਿਉਂ ਦੇ ਦਿੱਤੀ ਇੱਕ ਸ਼ਡਿਊਲ ਕਾਸਟ ਹੋਣ ਦੇ ਨਾਤੇ, ਤਾਂ ਮੈਂ ਸਮਝਦਾ ਇਹਦੀ ਮਾਨਸਿਕਤਾ ਜਿਹੜੀ ਆ ਅੱਜ ਵੀ ਉਹੀ ਹੈ। ਮੈਨੂੰ ਲੱਗਦਾ ਵੀ ਮੇਰੇ ਤੋਂ ਜ਼ਿਆਦਾ ਸਿੱਖ ਇਤਿਹਾਸ ਨੂੰ ਇਹਨਾਂ ਨੇ ਪੜ੍ਹਿਆ ਹੋਣਾ, ਤੇ ਉੱਥੇ ਤਾਂ ਟੋਟਲੀ ਜਿਹੜੀ ਆ ਜਾਤਾਂ ਪਾਤਾਂ ਦੇ ਕੋਡ ਨੂੰ ਖਤਮ ਕਰਨ ਲਈ ਸਾਰੀ ਰਵਾਇਤ ਚੱਲੀ ਹੈ। ਸਿੱਧੂ ਸਾਹਿਬ ਨੇ ਵਾਹਦ ਆਪਣੀ ਕੁਰਸੀ ਦੀ ਲੜਾਈ ਲੜੀ ਆ, ਹੋਰ ਕੁਝ ਨਹੀਂ ਉਹਨਾਂ ਨੇ ਕੀਤਾ। ਤੁਸੀਂ ਦੇਖੋ ਪਹਿਲਾਂ ਜਿੰਨੇ ਮੁੱਦੇ ਸੀ, ਅੱਜ ਸਿੱਧੂ ਸਾਹਿਬ ਕਿਉਂ ਨਹੀਂ ਬੋਲਦੇ ਉਹਨਾਂ ਮੁੱਦਿਆਂ ਜੇ 4.5 ਸਾਲ ਚ ਵਿਧਾਇਕ ਸਾਹਿਬ ਆਪ ਦੇ ਹਲਕੇ ਦਾ ਵਿਕਾਸ ਨਹੀਂ ਕਰ ਪਾਏ ਤਾਂ ਲੋਕ ਇਹਨਾਂ ਤੋਂ ਕੀ ਤਵੱਕੋ ਰੱਖੋਗੇ। ਦਿੱਗਜ ਜਿਹੜਾ ਦਿੱਗਜ ਬੂਣਾ ਦਿਖਾਉਣਾ ਹੁੰਦਾ ਉਹ ਦਿਖਾਉਣ ਦੀ ਲੋੜ ਹੁੰਦੀ ਜਦੋਂ ਅਸੀਂ ਆਪਣੇ ਕੰਮਾਂ ਰਾਹੀਂ ਅਸੀਂ ਨਜ਼ਰ ਆਉਣਾ ਚਾਹੀਦਾ ਸਾਡਾ। ਔਰ ਇੱਥੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੀ ਉਹਨਾਂ ਨੂੰ ਕਲੀਨ ਚਿੱਟ ਇਦਾਂ ਦਿੱਤੀ ਵੀ ਜਿੱਦਾਂ ਬਹੁਤ ਵੱਡੀ ਮਤਲਬ ਉਹਨਾਂ ਦੀ ਕੋਈ ਸਾਂਠ ਖਾਂਠ ਹੋਵੇ ਵੀ ਸ਼ਡਿਊਲ ਕਾਸਟਾਂ ਦੇ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਉਹਨਾਂ ਦੇ ਭਵਿੱਖ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਬਣਨੀਆਂ ਸੀਗੀਆਂ, ਉਹਨਾਂ ਨੇ ਆਪਣਾ ਭਵਿੱਖ ਸਵਾਰਨਾ ਸੀ, ਉਹ ਪੈਸਿਆਂ ਦਾ ਜਿਹੜਾ ਇਹਨਾਂ ਨੇ ਟੋਟਲੀ ਕਰਪਸ਼ਨ ਕੀਤੀ। ਜਲੰਧਰ ਦੇ ਚਾਰੇ ਹਲਕਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਇੱਕ ਐਮਐਲਏ ਕਵੇ ਵੀ ਮੇਰੇ ਹਲਕੇ ਕੋਈ ਸ਼ਵੇਤ ਪੱਤਰ ਜਾਰੀ ਕਰਨ ਵੀ ਮੇਰੇ ਹਲਕੇ ਦੇ ਵਿੱਚ ਨਸ਼ਾ ਨਹੀਂ ਵਿਕ ਰਿਹਾ। ਬਹੁਤ ਧੜੱਲੇ ਦੇ ਨਾਲ ਨਸ਼ਾ ਵਿਕ ਰਿਹਾ, ਔਰ ਕਿਹਦੇ ਕੰਸੈਂਟ ਨਾਲ ਕਿਹਦੇ ਆਸ਼ੀਰਵਾਦ ਨਾਲ ਇਹਨਾਂ ਦੇ ਹੱਥ ਠੋਕ ਕੇ ਨਸ਼ਾ ਵੇਚਣ ਡਏ ਹੋਏ ਹੈਗੇ ਆ, ਤੇ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ। ਸਾਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ ਅਕਾਲੀ ਦਲ ਵੱਲੋਂ ਜਲੰਧਰ ਦੇ ਸੈਂਟਰ ਦੀ ਟਿਕਟ ਜੋ ਕਿ ਹੈ ਚੰਦਨ ਗਰੇਵਾਲ ਜੀ ਹੁਣਾਂ ਨੂੰ ਦਿੱਤੀ ਹੈ, ਸੋ ਅਸੀਂ ਚੰਦਨ ਗਰੇਵਾਲ ਜੀ ਹੁਣਾਂ ਕੋਲ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲੇ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਦੇਖਦੇ ਹੋ ਕਿ ਤੁਸੀਂ ਸੈਂਟਰ ਹਲਕੇ ਤੋਂ ਤੁਹਾਨੂੰ ਟਿਕਟ ਦਿੱਤੀ ਗਈ ਹੈ, ਪਹਿਲ ਦੇ ਆਧਾਰ ਤੇ ਕਿਹੜੇ ਕੰਮ ਤੁਸੀਂ ਦੇਖੋਗੇ ਸੈਂਟਰ ਹਲਕੇ 'ਚ ਜੋ ਰਹਿੰਦੇ ਨੇ, ਜੋ ਕਮੀਆਂ ਨੇ ਉਹ ਦੂਰ ਕਰਨ ਦੀਆਂ? ਸਭ ਤੋਂ ਪਹਿਲਾਂ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ, ਜਿਹੜਾ ਉਹਨਾਂ ਨੇ ਇੰਨਾ ਵੱਡਾ ਵਿਸ਼ਵਾਸ, ਇੰਨਾ ਵੱਡਾ ਭਰੋਸਾ ਜਿਹੜਾ ਮੇਰੇ ਤੇ ਜਤਾਇਆ ਉਹਨਾਂ ਨੇ, ਔਰ ਜਨਰਲ ਸੀਟ ਤੋਂ ਮੈਨੂੰ ਹਲਕਾ ਸੇਵਾਦਾਰ ਲਾ ਕੇ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪਾਈ ਹੈ। ਕੋਸ਼ਿਸ਼ ਕਰਾਂਗੇ ਅਕਾਲ ਪੁਰਖ ਦੇ ਆਸ਼ੀਰਵਾਦ ਸਦਕੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪਾਰਟੀ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰ ਸਕੀਏ। ਔਰ ਸੈਕੰਡ ਜਿਹੜੀ ਗੱਲ ਤੁਸੀਂ ਕਹੀ ਆ ਬਈ ਜਿਹੜਾ ਸੈਂਟਰਲ ਹਲਕੇ ਦੇ ਵਿਕਾਸ ਨੂੰ ਲੈ ਕੇ, ਹੁਣ ਇਕੱਲੇ ਸੈਂਟਰਲ ਹਲਕੇ ਦੀ ਆਪਾਂ ਗੱਲ ਨਾ ਕਰਕੇ ਅੱਜ ਪੂਰੇ ਪੰਜਾਬ ਦੀ ਜੇ ਆਪਾਂ ਨਜ਼ਰ ਮਾਰੀਏ, ਝਾਤ ਮਾਰੀਏ ਦਸ਼ਾ ਵੱਲ ਨੂੰ, ਤੇ ਤੁਸੀਂ ਸਾਰੇ ਦੇਖ ਸਕਦੇ ਹੋ ਅੱਜ ਪੰਜਾਬ ਦਾ ਹਰੇਕ ਨਾਗਰਿਕ ਜਿਹੜਾ ਤਰਾਹੀਮਾਮ ਕਰ ਉੱਠਿਆ। ਮਹਿੰਗਾਈ ਇੱਕ ਅਲੱਗ ਤਰੀਕੇ ਦੇ ਨਾਲ, ਅਨਇੰਪਲੋਇਮੈਂਟ ਬਹੁਤ ਹੀ, ਔਰ ਕੋਈ ਚੰਗਾ ਐਜੂਕੇਸ਼ਨ ਸਿਸਟਮ ਨਹੀਂ, ਹੈਲਥ ਸਿਸਟਮ ਨਹੀਂ, ਮਤਲਬ ਜਿਹੜੀਆਂ ਮੂਲਭੂਤ ਸੁਵਿਧਾਵਾਂ ਕਿਸੇ ਵੀ ਗਵਰਨਮੈਂਟ ਨੇ ਪ੍ਰਾਇੋਰਟੀ ਹੁੰਦੀ ਹੈ ਕਿਸੇ ਵੀ ਗਵਰਨਮੈਂਟ ਦੀ, ਤੇ ਉਹਨਾਂ ਸਾਰੀਆਂ ਤੋਂ ਮੈਂ ਸਮਝਦਾ ਅੱਜ ਸਰਕਾਰ ਜਿਹੜੀ ਆ ਭਗੌੜੀ ਨਜ਼ਰ ਆਉਂਦੀ ਹੈ। ਔਰ ਜੋ ਵਾਅਦੇ ਲੈ ਕੇ ਲੋਕਾਂ ਦੇ ਵਿੱਚ ਆਏ ਸੀ, ਉਹਨਾਂ ਵਾਅਦਿਆਂ ਤੋਂ ਬਿਲਕੁਲ ਬੇਮੁਖ ਹੋ ਕੇ ਉਹ ਅੱਜ ਸੱਤਾ ਦਾ ਨਸ਼ਾ ਜਿਹੜਾ ਹੈ ਭੋਗ ਰਹੇ ਹੈਗੇ। ਸੈਂਟਰ ਹਲਕੇ 'ਚ ਜੋ ਕਾਜੀ ਮੰਡੀ ਆ ਉਹ ਨਸ਼ੇ ਦੇ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਲਿਪਤ ਹੋਈ ਪਈ ਆ, ਜਦ ਕਿ ਉੱਥੇ ਦੇ ਲੋਕਾਂ ਦਾ ਕਹਿਣਾ ਕਿ ਉੱਥੇ ਦੇ ਕੌਂਸਲਰ ਸਾਹਿਬਾਨ ਜੋ ਨੇ ਉਹੀ ਨਸ਼ਾ ਵਿਕਵਾ ਰਹੇ ਨੇ। ਅਸੀਂ ਵੀ ਪਿਛਲੇ ਕੁਝ ਦਿਨ ਪਹਿਲਾਂ ਉੱਥੇ ਇੰਟਰਵਿਊ ਕਰਕੇ ਆਏ ਸੀ, ਉੱਥੇ ਦੇ ਜੋ ਵਸਨੀਕ ਨੇ ਉਹ ਇਹੀ ਚੀਜ਼ ਕਹਿ ਰਹੇ ਨੇ ਕਿ ਇੱਥੇ ਦੇ ਜੋ ਕੌਂਸਲਰ ਨੇ ਪੱਲੀ ਸਵਾਮੀ ਜੀ ਕਾਂਗਰਸ ਦੀ ਪਾਰਟੀ ਤੋਂ ਹੀ ਬਿਲੋਂਗ ਕਰਦੇ ਨੇ, ਉਹ ਉੱਥੇ ਨਸ਼ਾ ਸ਼ਰੇਆਮ ਵਿਕਵਾਉਂਦੇ ਨੇ। ਜੇ ਕੋਈ ਵਿਰੋਧ ਕਰਦਾ ਹੈ ਤੇ ਉਹਨਾਂ ਦੇ ਉੱਤੇ ਪੁਲਿਸ ਝੂਠੇ ਪਰਚੇ ਦਰਜ ਕਰ ਦਿੰਦੀ ਹੈ ਤੇ ਉਹਨਾਂ ਨੂੰ ਅੰਦਰ ਕਰ ਦਿੰਦੀ ਹੈ। ਦੇਖੋ ਜਿਹੜੀ ਗੱਲ ਤੁਸੀਂ ਨਾਮ ਲੈ ਕੇ ਕਹਿ ਰਹੇ ਹੋ, ਜੇ ਤੁਹਾਡੇ ਪੱਧਰ ਤੱਕ ਇਹ ਗੱਲ ਹੈਗੀ ਆ ਵੀ ਫਲਾਂ ਬੰਦਾ ਇਹ ਨਸ਼ਾ ਵੇਚਦਾ, ਮੈਂ ਕਿਸੇ ਦਾ ਨਾਮ ਨਹੀਂ ਲਊਂਗਾ, ਕਿ ਇਹ ਵਿਧਾਇਕ ਦੇ ਕੰਸੈਂਟ ਤੋਂ ਬਿਨਾਂ ਜਾਂ ਵਿਧਾਇਕ ਦੀ ਨੌਲੇਜ ਤੋਂ ਬਿਨਾਂ ਹੀ ਇਹ ਸਾਰਾ ਕੁਝ ਹੋ ਰਿਹਾ। ਔਰ ਜਲੰਧਰ ਦੇ ਚਾਰੇ ਹਲਕਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਇੱਕ ਐਮਐਲਏ ਕਵੇ ਵੀ ਮੇਰੇ ਹਲਕੇ ਕੋਈ ਸ਼ਵੇਤ ਪੱਤਰ ਜਾਰੀ ਕਰਨ ਵੀ ਮੇਰੇ ਹਲਕੇ ਦੇ ਵਿੱਚ ਨਸ਼ਾ ਨਹੀਂ ਵਿਕ ਰਿਹਾ। ਸਭ ਨੂੰ ਪਤਾ ਵੀ ਬਹੁਤ ਧੜੱਲੇ ਦੇ ਨਾਲ ਨਸ਼ਾ ਵਿਕ ਰਿਹਾ, ਔਰ ਕਿਹਦੇ ਕੰਸੈਂਟ ਨਾਲ ਕਿਹਦੇ ਆਸ਼ੀਰਵਾਦ ਨਾਲ ਇਹਨਾਂ ਦੇ ਹੱਥ ਠੋਕ ਕੇ ਨਸ਼ਾ ਵੇਚਣ ਡਏ ਹੋਏ ਹੈਗੇ ਆ, ਤੇ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ। ਜੇ ਤੁਹਾਡੇ ਪੱਧਰ ਤੱਕ ਇਹ ਗੱਲਬਾਤ ਆ ਰਹੀ ਹੈ, ਜੇ ਤੁਸੀਂ ਨਾਮ ਲੈ ਕੇ ਕਹਿ ਰਹੇ ਹੋ, ਤਾਂ ਮੈਂ ਸਮਝਦਾ ਇੱਕ ਬੜੀ ਵੱਡੀ ਜਿਹੜੀ ਜ਼ਿੰਮੇਵਾਰੀ ਏਰੀਏ ਦੇ ਵਿਧਾਇਕਾਂ ਤੇ ਫਿਕਸ ਹੁੰਦੀ ਹੈਗੀ ਆ। ਤਾਂ ਇਹ ਆਵਾਮ ਜਿਹੜਾ ਆ ਉਹ ਸਭ ਕੁਝ ਦੇਖਦਾ ਆ, ਝਾਤ ਮਾਰਦਾ, ਉਹਨਾਂ ਨੂੰ ਪੂਰੇ ਮਤਲਬ ਏਰੀਆ ਦੀ ਉਹਨਾਂ ਨੂੰ ਨੌਲੇਜ ਹੁੰਦੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਮਾਂ ਹੋਊਗਾ ਲੋਕ ਇਹਨਾਂ ਨੂੰ ਆਪ ਜਵਾਬ ਦੇਣਗੇ। ਉਹ ਦਿੱਗਜ ਨੇਤਾ ਜੋ ਕਿ ਮੌਜੂਦਾ ਸਰਕਾਰ ਦੇ ਹੁਣ ਐਮਐਲਏ ਨੇ ਰਜਿੰਦਰ ਬੇਰੀ ਜੀ ਤੇ ਇੱਕ ਬੀਜੇਪੀ ਤੋਂ ਮਨੋਰੰਜਨ ਕਾਲੀਆ ਜੀ, ਕੀ ਉਹਨਾਂ ਨੂੰ ਮਤ ਦੇ ਪਾਓਗੇ ਤੁਸੀਂ? ਦੇਖੋ ਤੁਸੀਂ ਦਿੱਗਜ ਕਹਿੰਦੇ ਹੋ, ਮੈਂ ਤਾਂ ਕਹਿੰਦਾ ਵੀ ਜਦੋਂ ਅਸੀਂ ਤਿੰਨਾਂ ਨੇ ਦੌੜਨਾ, ਇੱਕੋ ਹੀ ਟਰੈਕ ਤੋਂ ਦੌੜਨਾ, ਸੇਮ ਲਾਈਨ ਹੋਣੀ ਆ। ਮੈਂ ਦਿੱਗਜ ਉਹਨੂੰ ਮੰਨਦਾ ਜਿਹੜਾ ਕਿਸੇ ਗਰੀਬ ਦੀ ਬਾਂਹ ਫੜੇ, ਕਿਸੇ ਗਰੀਬਾਂ ਦੇ ਮਸਲਿਆਂ ਨੂੰ ਹੱਲ ਕਰੇ, ਗਰੀਬਾਂ ਦੇ ਵਿੱਚ ਵਿਚਰੇ, ਉਹਨਾਂ ਲੋਕਾਂ ਦੀ ਬਾਂਹ ਫੜੇ ਜਿਹਨਾਂ ਲੋਕ ਵਿਚਾਰੇ ਸਤਾਏ ਹੋਏ ਹੈਗੇ ਇਸ ਸਿਸਟਮ ਤੋਂ।
ਇਹ ਦਿੱਗਜ ਇਹ ਨਹੀਂ ਹੁੰਦਾ ਕਿ ਮੇਰੇ ਕੋਲ ਪੈਸਾ ਕਿੰਨਾ ਆ ਜਾਂ ਮੇਰੇ ਪਿੱਛੇ ਬੰਦੇ ਕਿੰਨੇ ਆ। ਇਹਨੂੰ ਮੈਂ ਇਹ ਨਹੀਂ ਕਹੂੰਗਾ ਵੀ ਇਹ ਦਿੱਗਜ ਨੇਤਾ ਹੈਗੇ ਆ। ਦਿੱਗਜ ਮੇਰੀ ਨਿਗਾਹ 'ਚ ਉਹ ਆ ਜਿਹੜਾ ਕਿਸੇ ਗਰੀਬ ਦੀ ਗੱਲ ਕਰਦਾ, ਜਿਹੜਾ ਕਿਸੇ ਗਰੀਬ ਦੇ ਕੰਮ ਆਉਂਦਾ। ਔਰ ਇਹ ਲੋਕ ਤੁਸੀਂ ਸਾਰੇ ਜਾਣਦੇ ਹੋ ਵੀ ਆਪਣੇ ਆਪਣੇ ਹਲਕਿਆਂ 'ਚ ਦੇ ਵਿੱਚ ਕਿੰਨਾ ਕੁ ਵਿਚਰੇ ਹੈਗੇ ਆ। 4.5 ਸਾਲ ਦਾ ਸਮਾਂ ਜਿਹੜਾ ਹੋ ਗਿਆ ਔਰ ਆਪਣੇ ਹਲਕੇ ਦੀ ਇਹਨਾਂ ਕੋਲ ਇੱਕ ਸੜਕ ਨਹੀਂ ਬਣੀ। ਆ ਤੁਸੀਂ ਸਨਾਤਨ ਧਰਮ ਸਕੂਲ ਵੱਲ ਨੂੰ ਜਾਓ, ਉਹ ਸੜਕ ਦਾ ਹਾਲ ਤੁਸੀਂ ਦੇਖੋ। ਔਰ ਈਵਨ ਦੈਨ ਸੈਂਟਰਲ ਟਾਊਨ ਦੇ ਅੰਦਰ ਜਦੋਂ ਅਸੀਂ ਵੜਦੇ ਹਾਂ, ਕਈ ਸੜਕਾਂ ਗਲੀਆਂ ਜਿਹੜੀਆਂ ਟੁੱਟੀਆਂ ਹੋਈਆਂ ਉੱਦਾਂ ਹੀ ਪਈਆਂ। ਜੇ 4.5 ਸਾਲ 'ਚ ਵਿਧਾਇਕ ਸਾਹਿਬ ਆਪ ਦੇ ਹਲਕੇ ਦਾ ਵਿਕਾਸ ਨਹੀਂ ਕਰ ਪਾਏ ਤਾਂ ਲੋਕ ਇਹਨਾਂ ਤੋਂ ਕੀ ਤਵੱਕੋ ਰੱਖੋਗੇ। ਦਿੱਗਜ ਜਿਹੜਾ ਦਿੱਗਜ ਬੂਣਾ ਦਿਖਾਉਣਾ ਹੁੰਦਾ, ਉਹ ਦਿਖਾਉਣ ਦੀ ਲੋੜ ਹੁੰਦੀ ਜਦੋਂ ਅਸੀਂ ਆਪਣੇ ਕੰਮਾਂ ਰਾਹੀਂ ਅਸੀਂ ਨਜ਼ਰ ਆਉਣਾ ਚਾਹੀਦਾ ਸਾਡਾ। ਤੁਸੀਂ ਤਾਂ ਲੰਬੇ ਸਮੇਂ ਤੋਂ ਗਰੀਬ ਪਰਿਵਾਰਾਂ ਦੇ ਨਾਲ ਜਾ ਕੇ ਮਦਦ ਕਰਦੇ ਹੋ। ਸਕਾਲਰਸ਼ਿਪ ਦੇ ਮੁੱਦੇ ਨੂੰ ਵੀ ਲੈ ਕੇ ਪੰਜਾਬ ਪੱਧਰ ਦੇ ਉੱਤੇ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ ਕੀ ਸਕਾਲਰਸ਼ਿਪ ਦੇ ਮੁੱਦੇ ਨੂੰ ਕਿੰਨੀ ਕੁ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਪਿਛਲਾ 10 ਸਾਲ ਦਾ ਤੁਸੀਂ ਪੀਰੀਅਡ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਦੇਖੋ ਔਰ ਇਹਨਾਂ ਦਾ 4.5 ਸਾਲ ਦਾ ਸਮਾਂ ਤੁਸੀਂ ਦੇਖੋ। ਸਭ ਤੋਂ ਵੱਡੀ ਤਰਾਸਦੀ ਇਹ ਆ ਕਿ ਜਿਹੜਾ ਸਕਾਲਰਸ਼ਿਪ ਦਾ ਪੈਸਾ ਖਾਧਾ ਗਿਆ, ਉਹ ਖਾਧਾ ਕਿਹਦੇ ਵੱਲੋਂ ਗਿਆ? ਉਹ ਸਾਡੇ ਸ਼ਡਿਊਲ ਕਾਸਟ ਭਾਈਚਾਰਾ ਜਿਹੜਾ ਡਾਕਟਰ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੀਆਂ ਟਿਕਟਾਂ ਸਾਨੂੰ ਮਿਲਦੀਆਂ, ਜਿੱਥੇ ਅਸੀਂ ਵੱਡੇ ਪੱਧਰ ਦੇ ਉੱਤੇ ਰਾਜਨੀਤਿਕ ਅਸੀਂ ਆਪਣੇ ਹੱਕ ਹਕੂਕ ਲੈ ਕੇ ਬੈਠੇ ਹਾਂ। ਔਰ ਉਹ ਬੰਦੇ ਜਦੋਂ ਸਾਡੇ ਦੇਸ਼ ਦਾ ਭਵਿੱਖ, ਜਦੋਂ ਸਾਡੇ ਬੱਚਿਆਂ ਦੇ ਢਿੱਡ ਦੇ ਐਜੂਕੇਸ਼ਨ ਦੇ ਵਿੱਚੋਂ ਉਹ ਲੱਤ ਮਾਰਦੇ ਹੈਗੇ, ਉਹਦੇ ਵਿੱਚੋਂ ਆਪਣਾ ਫੰਡ ਕੱਢ ਕੇ ਖਾਂਦੇ, ਤਾਂ ਇਹ ਸਭ ਤੋਂ ਮੈਂ ਸਮਝਦਾ ਨਿੰਦਾਯੋਗ ਵੀ ਆ ਤੇ ਸਾਡੇ ਲਈ ਬਹੁਤ ਵੱਡਾ ਦੁਖਾਂਤ ਹੈਗਾ। ਔਰ ਇੱਥੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੀ ਉਹਨਾਂ ਨੂੰ ਕਲੀਨ ਚਿੱਟ ਇਦਾਂ ਦਿੱਤੀ ਵੀ ਜਿੱਦਾਂ ਬਹੁਤ ਵੱਡੀ ਮਤਲਬ ਉਹਨਾਂ ਦੀ ਕੋਈ ਸਾਂਠ-ਗਾਂਠ ਹੋਵੇ ਵੀ ਉਹਦੇ ਵਿੱਚੋਂ ਹਿੱਸੇਦਾਰੀ ਆ। ਮੈਂ ਸਮਝਦਾ ਵੀ ਕੈਪਟਨ ਸਾਹਿਬ ਦੀ ਵੀ ਕੋਈ ਨਾ ਕੋਈ ਹੋਣੀ ਹੈ ਵੀ ਐਡੀ ਕਿਹੜੀ ਮਜਬੂਰੀ ਆ ਬਿਨਾਂ ਜਾਂਚ ਤੋਂ। ਔਰ ਇਹ ਜਿਹੜੇ ਆਰੋਪ ਲੱਗੇ ਸੀਗੇ, ਇਹ ਆਰੋਪ ਆਪੋਜੀਸ਼ਨ ਨੇ ਨਹੀਂ ਸੀ ਇਹਨਾਂ ਤੇ ਲਗਾਏ, ਇਹਨਾਂ ਦੀ ਹੀ ਸਰਕਾਰ ਦੇ ਉਹ ਜਿਹੜੇ ਸੀਗੇ ਪ੍ਰਿੰਸੀਪਲ ਸੈਕਟਰੀ ਸਾਹਿਬ, ਉਹਨਾਂ ਨੇ ਉਹ ਜਿਹੜੀ ਰਿਪੋਰਟ ਕੀਤੀ ਸੀਗੀ, ਜ਼ਾਹਿਰ ਕੀਤੀ ਸੀਗੀ ਵੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਇੰਨੇ ਕਰੋੜ ਰੁਪਈਆਂ ਦਾ ਜਿਹੜਾ ਘਪਲਾ ਹੋਇਆ। ਔਰ ਕੈਪਟਨ ਸਾਹਿਬ ਨੇ ਬਿਨਾਂ ਕੋਈ ਜਾਂਚ ਇਨਕੁਆਇਰੀ ਬਿਠਾਉਣ ਤੋਂ ਉਹਨਾਂ ਨੂੰ ਯਕਦਮ ਤੋਂ ਕਲੀਨ ਚਿੱਟ ਦੇ ਦਿੱਤੀ। ਤਾਂ ਇਹਦੇ ਵਿੱਚ ਸਮਝਦੇ ਹੋ ਤੁਸੀਂ ਵੀ ਸ਼ਡਿਊਲ ਕਾਸਟਾਂ ਦੇ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਉਹਨਾਂ ਦੇ ਭਵਿੱਖ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਬਣਨੀਆਂ ਸੀਗੀਆਂ, ਉਹਨਾਂ ਨੇ ਆਪਣਾ ਭਵਿੱਖ ਸਵਾਰਨਾ ਸੀ, ਉਹ ਪੈਸਿਆਂ ਦਾ ਜਿਹੜਾ ਇਹਨਾਂ ਨੇ ਟੋਟਲੀ ਕਰਪਸ਼ਨ ਕੀਤੀ। ਕੱਲ ਜਿਵੇਂ ਡਿਪਟੀ ਮੇਅਰ ਕਮਲਜੀਤ ਭਾਟੀਆ ਜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਉਹਨਾਂ ਦਾ ਕਹਿਣਾ ਕਿ ਮੈਂ 1987 ਤੋਂ ਅਕਾਲੀ ਦਲ ਪਾਰਟੀ ਦੇ ਨਾਲ ਜੁੜਿਆ ਹੋਇਆ ਸੀਗਾ ਕਿ ਮੈਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਸੈਂਟਰ ਤੋਂ ਟਿਕਟ ਮੇਰੀ ਬਣਦੀ ਸੀ, ਸੋ ਚੰਦਨ ਗਰੇਵਾਲ ਜੀ ਉਹਨਾਂ ਨੂੰ ਦੇ ਦਿੱਤੀ। ਉਹ ਗੁੱਸੇ ਨਾਰਾਜ਼ਗੀ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ 42 ਮੈਂਬਰਾਂ ਦੇ ਜੋ ਅਸਤੀਫੇ ਨੇ ਉਹ ਮੇਰੀ ਜੇਬ 'ਚ ਨੇ, ਜੇ ਪਾਰਟੀ ਹਾਈ ਕਮਾਂਡ ਮੇਰੀ ਗੱਲ ਨਹੀਂ ਮੰਨਦੀ ਤਾਂ ਮੈਂ ਅਸਤੀਫੇ ਦੇਵਾਂਗਾ। ਦੇਖੋ, ਸਭ ਤੋਂ ਪਹਿਲਾਂ ਕਮਲਜੀਤ ਭਾਟੀਆ ਮੇਰਾ ਭਾਈ ਹੈ ਔਰ ਸੈਕੰਡ ਇਸ ਗੱਲ ਤੋਂ ਕੋਈ ਡਿਨਾਈ ਨਹੀਂ ਕਰ ਰਿਹਾ, ਮੈਂ 1% ਵੀ ਨਹੀਂ ਇਹ ਕਹਿੰਦਾ ਵੀ ਮੇਰੇ ਤੋਂ ਜ਼ਿਆਦਾ ਸੀਨੀਅਰ ਨਹੀਂ ਹੈਗੇ। ਇਹ ਸਭ ਨੂੰ ਪਤਾ ਵੀ ਕਾਫੀ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਕੰਮ ਕਰ ਰਹੇ ਸੀ ਔਰ ਉਹਨਾਂ ਦੀ ਜਿਹੜਾ ਰੋਸ਼ ਹੈਗਾ ਉਹ ਪਾਰਟੀ ਹਾਈ ਕਮਾਨ ਨਾਲ, ਉਹ ਮੇਰੇ ਨਾਲ ਕੋਈ ਰੋਸ਼ ਨਹੀਂ। ਔਰ ਤੁਸੀਂ ਸੈਕੰਡ ਇਹ ਵੀ ਚੀਜ਼ ਦੇਖੋ, ਅਹਿਮ ਗੱਲ ਇਹ ਆ ਵੀ ਸੈਂਟਰਲ ਹਲਕੇ 'ਚੋਂ ਕਿਸੇ ਨੇ ਵਿਰੋਧ ਕੀਤਾ, ਉਹ ਤਾਂ ਬੈਠੇ ਹੀ ਵੈਸਟ ਤੋਂ ਆ। ਸੈਂਟਰਲ ਹਲਕੇ ਤੋਂ ਇੱਕ ਵੀ ਬੰਦੇ ਨੇ ਵਿਰੋਧ ਨਹੀਂ ਕੀਤਾ ਵੀ ਚੰਦਨ ਗਰੇਵਾਲ ਨੂੰ ਟਿਕਟ ਕਿਉਂ ਦਿੱਤੀ। ਔਰ ਸੈਕੰਡ ਤੇ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਮੈਂ ਇਸ ਮਾਧਿਅਮ ਤੋਂ ਬੜੀ ਜ਼ਿੰਮੇਵਾਰੀ ਨਾਲ ਕਹਿਣੀ ਚਾਹੂੰਗਾ ਵੀ ਇੱਕ ਪਾਸੇ ਤਾਂ ਸਾਡੇ ਰਹਿਬਰਾਂ ਨੇ ਸਾਨੂੰ ਜਾਤਾਂ ਪਾਤਾਂ ਤੋਂ ਮਤਲਬ ਮੁਕਤ ਕਰਨ ਲਈ ਆਪਣੇ ਜੀਵਨ ਜਿਹੜੇ ਆ ਉਹਨਾਂ ਨੇ ਸਾਡੇ ਦੇ ਵਾਰ ਦਿੱਤੇ ਹੈਗੇ ਆ। ਔਰ ਇਹ ਬੰਦਾ ਜਦੋਂ ਇੰਨੀ ਗੱਲ ਕਹਿੰਦਾ ਹੈ ਵੀ ਇਹਨਾਂ ਨੂੰ ਜਨਰਲ ਤੋਂ ਟਿਕਟ ਕਿਉਂ ਦੇ ਦਿੱਤੀ ਇੱਕ ਸ਼ਡਿਊਲ ਕਾਸਟ ਹੋਣ ਦੇ ਨਾਤੇ, ਤਾਂ ਮੈਂ ਸਮਝਦਾ ਇਹਦੀ ਮਾਨਸਿਕਤਾ ਜਿਹੜੀ ਆ ਅੱਜ ਵੀ ਹੋਈ ਹੈ। ਕਿਉਂਕਿ ਜਦੋਂ ਪਾਵਨ ਦਰਬਾਰ ਸਾਹਿਬ ਦੇ ਵਿੱਚ ਵੀ ਉੱਥੇ 4 ਦਰਵਾਜ਼ੇ ਇਸੇ ਲਈ ਰੱਖੇ ਗਏ ਸੀ ਵੀ ਉੱਚੋਂ ਹਿੰਦੂ, ਸਿੱਖ, ਮੁਸਲਿਮ, ਕ੍ਰਿਸਚਨ ਜਿਹੜਾ ਮਰਜ਼ੀ ਵਰਗ ਦਾ ਬੰਦਾ ਉੱਥੇ ਆ ਕੇ ਨਤਮਸਤਕ ਹੋ ਸਕੇ। ਔਰ ਉਹਦੀ ਜਿਹੜੀ ਪਹਿਲਾ ਨੀਂਹ ਪੱਥਰ ਵੀ ਰੱਖਿਆ ਸੀਗਾ ਉਹ ਇੱਕ ਮੁਸਲਿਮ ਭਾਈਚਾਰੇ ਦੇ ਜਿਹੜੇ ਸਾਡੇ ਰਹਿਬਰ ਸੀਗੇ ਉਹਨਾਂ ਨੇ ਰੱਖਿਆ। ਤਾਂ ਉਹਨਾਂ ਨੇ ਤਾਂ ਇਹ ਜਿਹੜਾ ਜਾਤ ਪਾਤ ਦਾ ਕੋਡ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹਨਾਂ ਦੇ ਮਾਨਸਿਕਤਾ, ਭਾਟੀਆ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਤੁਸੀਂ ਮੇਰੇ ਭਰਾ ਆ, ਜਦੋਂ ਵੀ ਅਸੀਂ ਕੋਈ ਗੱਲ ਕਰਨੀ ਲੋਕਾਂ ਨੂੰ ਜਾਤ ਪਾਤ 'ਚੋਂ ਕੱਢੋ, ਨਾ ਕਿ ਉਹਨਾਂ ਨੂੰ ਜਾਤਾਂ ਪਾਤਾਂ ਦੇ ਨਾਲ ਜੋੜੋ। ਜਨਰਲ ਰਿਜ਼ਰਵ ਦਾ ਕੋਈ ਮਸਲਾ ਨਹੀਂ ਹੈ ਉੱਥੇ। ਪਾਰਟੀ ਨੇ ਜਿਹੜਾ ਬੰਦਾ ਉਹਨਾਂ ਨੂੰ ਕੈਪੇਬਲ ਲੱਗਾ, ਜਿਹੜਾ ਡਿਜ਼ਰਵਿੰਗ ਲੱਗਾ, ਉਹਨਾਂ ਨੂੰ ਜੋ ਠੀਕ ਲੱਗਾ ਉਹਨਾਂ ਨੇ ਟਿਕਟ ਦੇ ਦਿੱਤੀ। ਜੇ ਭਾਟੀਆ ਸਾਹਿਬ ਨੂੰ ਹੁੰਦੀ ਤਾਂ ਮੈਂ ਭਾਟੀਆ ਸਾਹਿਬ ਨੂੰ ਤੁਰਨਾ ਸੀ, ਇਹਦੇ 'ਚ ਕੋਈ ਦੋ ਰਾਏ ਹੀ ਨਹੀਂ। ਪਰ ਇਹ ਜਿਹੜੀ ਮਾਨਸਿਕਤਾ ਰੱਖਣੀ ਵੀ ਇਹ ਜਨਰਲ ਤੋਂ ਕਿਉਂ ਦੇ ਦਿੱਤੀ, ਇਹਨੂੰ ਰਿਜ਼ਰਵ ਤੋਂ ਲੜਾਉਣਾ ਸੀਗਾ, ਇਹ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਕਿਉਂਕਿ ਅਸੀਂ, ਮੈਨੂੰ ਲੱਗਦਾ ਵੀ ਮੇਰੇ ਤੋਂ ਜ਼ਿਆਦਾ ਸਿੱਖ ਇਤਿਹਾਸ ਨੂੰ ਇਹਨਾਂ ਨੇ ਪੜ੍ਹਿਆ ਹੋਣਾ, ਤੇ ਉੱਥੇ ਤਾਂ ਟੋਟਲੀ ਜਿਹੜੀ ਆ ਜਾਤਾਂ ਪਾਤਾਂ ਦੇ ਕੋਡ ਨੂੰ ਖਤਮ ਕਰਨ ਲਈ ਸਾਰੀ ਰਵਾਇਤ ਚੱਲੀ ਹੈ। ਹੁਣ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਸਾਡੀ 2022 ਦੇ ਵਿੱਚ ਸਰਕਾਰ ਬਣਦੀ ਆ 3 ਰੁਪਏ ਯੂਨਿਟ ਬਿਜਲੀ ਦੇਵਾਂਗੇ, ਪਰ ਹੁਣ ਵੀ ਉਹਨਾਂ ਦੀ ਸਰਕਾਰੀ ਆ, ਉਹ ਹੁਣ ਵੀ ਦੇ ਸਕਦੇ ਆ।
ਇਹੀ ਤਾਂ ਮੈਂ ਕਹਿਣਾ ਚਾਹੁੰਦਾ ਵੀ ਸਿੱਧੂ ਸਾਹਿਬ ਹੁਣ ਵੀ ਤੁਹਾਡੀ 6 ਮਹੀਨੇ ਵਾਲੀ ਕਰ ਦਿਓ ਇੰਨੀ ਜਿਹੜੀ ਗੱਲ ਹੈ। ਸਿੱਧੂ ਸਾਹਿਬ ਨੇ ਵਾਹਦ ਆਪਣੀ ਕੁਰਸੀ ਦੀ ਲੜਾਈ ਲੜੀ ਆ, ਹੋਰ ਕੁਝ ਨਹੀਂ ਉਹਨਾਂ ਨੇ ਕੀਤਾ। ਤੁਸੀਂ ਦੇਖੋ ਪਹਿਲਾਂ ਜਿੰਨੇ ਮੁੱਦੇ ਸੀ, ਅੱਜ ਸਿੱਧੂ ਸਾਹਿਬ ਕਿਉਂ ਨਹੀਂ ਬੋਲਦੇ ਉਹਨਾਂ ਮੁੱਦਿਆਂ 'ਤੇ? ਸਿਰਫ ਔਰ ਸਿਰਫ ਇੱਕ ਹਿਡਨ ਏਜੰਡਾ ਸੀਗਾ, ਪੰਜਾਬ ਦੇ ਲੋਕਾਂ ਦਾ ਧਿਆਨ ਜਿਹੜਾ ਸੀ ਵਰਗਲਾਉਣਾ ਸੀ, ਉਹ ਕਨਵਰਟ ਕਰਨਾ ਸੀਗਾ, ਡਾਇਵਰਟ ਕਰਨਾ ਸੀਗਾ ਉਹਨੂੰ, ਵੀ ਲੋਕ ਆਪਣੇ ਹੱਕਾਂ ਦੀ ਕੋਈ ਮੰਗ ਨਾ ਕਰ ਸਕਣ। ਤੁਸੀਂ ਦੇਖੋ ਵੀ ਅੱਜ ਟੋਟਲੀ ਜਿੰਨੀਆਂ ਵੀ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਪਟਿਆਲੇ ਕੂਚ ਕਰਨ ਡਈਆਂ ਹੋਈਆਂ ਹੈਗੀਆਂ, ਪਿਛਲੇ ਦਿਨੀ ਅਸੀਂ ਵੀ ਗਏ ਸੀਗੇ, ਤੋ ਉਹ ਸਾਰਾ ਧਿਆਨ ਡਾਇਵਰਟ ਕਰਨ ਲਈ ਇਹਨਾਂ ਨੇ ਆਪਸੀ ਲੜਾਈ ਜਿਹੜੀ, ਮੈਂ ਇਹਨਾਂ ਦਾ ਹਿਡਨ ਏਜੰਡਾ ਹੀ ਕਹੂੰਗਾ, ਕਿਉਂਕਿ ਕੋਵਿਡ ਕਰਕੇ ਵੀ 2 ਸਾਲ ਇਹਨਾਂ ਨੇ ਕੱਢ ਦਿੱਤੇ ਜਦੋਂ ਲੋਕਾਂ ਨੇ ਇਹਨਾਂ ਨੂੰ ਸਵਾਲ ਕਰਨੇ ਸੀ ਇਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ। ਤੇ ਹੁਣ ਵੀ ਆ ਜਿਹੜਾ ਇਹਨਾਂ ਨੇ ਪਿਛਲੇ ਦਿਨੀ ਬੜਾ ਹਾਏ ਤੌਬਾ ਮਚਾਈ ਰੱਖੀ ਪੇਪਰ ਮੀਡੀਆ 'ਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਸਿਰਫ ਇਸੇ ਹੀ ਗੱਲ ਤੇ ਚਰਚਾ ਹੁੰਦੀ ਰਹੀ ਵੀ ਕੈਪਟਨ ਸਿੱਧੂ, ਕੈਪਟਨ ਸਿੱਧੂ। ਤੋ ਇਹ ਸਿਰਫ ਔਰ ਸਿਰਫ ਇੱਕ ਪੋਲਿਟਿਕਸ, ਗੰਦੀ ਪੋਲਿਟਿਕਸ ਸੀਗੀ। ਲੋਕਾਂ ਤੋਂ ਅਸੀਂ ਨੱਠ ਨਹੀਂ ਸਕਦੇ। ਲੋਕਾਂ ਦੇ ਜਿਹੜੇ ਕੰਮ ਹੈਗੇ ਆ ਉਹਦੀ ਪ੍ਰਾਇੋਰਟੀ ਹੋਣੀ ਚਾਹੀਦੀ ਹਰੇਕ ਲੀਡਰ ਦੀ, ਜਿਹੜਾ ਆਪਣੇ ਆਪ ਨੂੰ ਲੀਡਰ ਕਹਾਉਂਦਾ ਉਹਦੀ ਪ੍ਰਾਇੋਰਟੀ ਹੋਣੀ ਚਾਹੀਦੀ ਵੀ ਉਹ ਲੋਕਾਂ ਦੇ ਮਸਲਿਆਂ ਤੇ ਦੌੜੇ ਨਾ, ਉਹਨਾਂ ਨੂੰ ਹੱਲ ਕਰੇ। ਤੋ ਇਹ ਲੋਕ ਜਿਹੜੇ ਆ ਸਭ ਕੁਝ ਦੇਖਦੇ ਆ, ਸਭ ਕੁਝ ਉਹਨਾਂ ਦੇ ਧਿਆਨ ਦੇ ਵਿੱਚ ਹੈ। ਤੇ ਆਉਣ ਵਾਲਾ ਸਮਾਂ ਮੈਂ ਦੁਬਾਰਾ ਤੋਂ ਰਿਪੀਟ ਕਰਦਾ, 2022 ਦੇ ਵਿੱਚ ਲੋਕ ਇਹਨਾਂ ਨੂੰ ਜਵਾਬ ਦੇਣਗੇ। ਬਿਲਕੁਲ ਜਿਵੇਂ ਅਸੀਂ ਗੱਲਬਾਤ ਕੀਤੀ ਸ਼੍ਰੀ ਚੰਦਨ ਗਰੇਵਾਲ ਜੀ ਉਹਨਾਂ ਦਾ ਕਹਿਣਾ ਕਿ 2022 ਦੇ ਵਿੱਚ ਲੋਕ ਹੀ ਕਾਂਗਰਸ ਪਾਰਟੀ ਨੂੰ ਜਵਾਬ ਦੇਣਗੇ। ਪਹਿਲ ਦੇ ਆਧਾਰ ਦੇ ਉੱਤੇ ਜੋ ਗਰੀਬਾਂ ਦੀਆਂ ਮੰਗਾਂ ਨੇ ਉਹ ਪਹਿਲ ਦੇ ਆਧਾਰ ਦੇ ਉੱਤੇ ਕੰਮ ਕਰਵਾਇਆ ਜਾਏਗਾ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.